वाहेगुरु जी का खालसा वाहेगुरु जी की फतेह। सतनाम श्री वाहिगुरु साहिब जीओ। डंडौत बंदन अनिक बार सर्व कला समर्थ। डोलन ते राखो प्रभु नानक दे कर हथ। तिलक जंजू राखा प्रभ ताका। कीनो बड़ो कलू मह साका। धर्म हेत इति जिन करी। शीस दिया पर सीना उचरी। ठीक होर दलीस सिर प्रभ पुर किया बयान। तेग बहादुर सी किरिया करी ना किन्हु आन। गुरु तेग बहादुर आसरपा अफजाल। जीनत आराए महफिले जाहो जलाल। अनवारे हक अज वजूदे पाकिश रोशन। हर दो आलिम से फैज फजलश रोशन। अनवारे हक अज वजूदे पाकिश रोशन। हर दो आलिम से फैज़े फजलश रोशन। जुगो जुग अटल सरवरे कायनात दोहां जहानां दे मालक। जुगो जुग अटल धन धन साहिब श्री गुरु ग्रंथ साहिब जी महाराज जी दी पावन पवित्र हजूरी दा आनंद मान रहे। गुरु प्यारी गुरु सवारी गुरु की साजी निवाजी अत सतिकार योग साध संगत जियो। गुरु साहिब जी दी अपार बख्शिश दे नाल अमृत वेले तो गुरु दरबार दे विच हाज़रियां भरदे होए
ਨੌਵੇਂ ਨਾਨਕ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਹੁਣ ਇਸ ਸਮੇਂ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪਾਵਨ ਹੁਕਮ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ, ਆਪਾਂ ਸਾਰਿਆਂ ਨੇ ਸ਼ਰਵਣ ਕੀਤੇ ਹਨ। ਗੁਰੂ ਸਾਹਿਬ ਕਿਰਪਾ ਕਰਨ ਆਪ ਹੀ ਵਿੱਚ ਵਿਚਰ ਕੇ ਆਪਣੀ ਬਾਣੀ ਦੀ ਵਿਚਾਰ ਕਰਵਾ ਲੈਣ ਅਤੇ ਆਪਣੀ ਬਾਣੀ ਦੇ, ਆਪਣੇ ਇਤਿਹਾਸ ਦੇ, ਆਪਣੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਣ ਦੀ ਸੁਮਤ ਬਖਸ਼ਿਸ਼ ਕਰਨ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਾਓ ਜੀ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰ ਤਾਜ, ਜਿਨ੍ਹਾਂ ਨੇ ਸ਼ਹੀਦੀ ਦਾ ਮੁੱਢ ਬੰਨ੍ਹ ਦਿੱਤਾ, ਕਿ ਉਹਨਾਂ ਦੇ ਲਈ ਹੋਰ ਕਈ ਆਪਸ਼ਨ ਰੱਖੇ ਗਏ ਸਨ ਕਿ ਜੇ ਤੁਸੀਂ ਸਾਡੇ ਇਹ ਆਪਸ਼ਨ ਚੁਣ ਲਵੋ ਤਾਂ ਤੁਹਾਡੀ ਸ਼ਹੀਦੀ ਨਹੀਂ ਹੋਵੇਗੀ। ਪਰ ਉਹਨਾਂ ਨੇ ਉਹਨਾਂ ਦੇ ਸੁਝਾਅ ਨਹੀਂ ਮੰਨੇ, ਉਹਨਾਂ ਦੀਆਂ ਗੱਲਾਂ ਨਹੀਂ ਮੰਨੀਆਂ, ਸ਼ਹੀਦੀ ਪ੍ਰਵਾਨ ਕੀਤੀ। ਤੇ ਫਿਰ ਉਹ ਜੋ ਸਿਲਸਿਲਾ ਚੱਲਿਆ, ਅੱਜ ਅਸੀਂ ਉਹਨਾਂ ਸ਼ਹੀਦੀਆਂ ਨੂੰ ਮਨਾਉਂਦੇ ਹਾਂ ਤੇ ਪ੍ਰੇਰਣਾ ਲੈਂਦੇ ਹਾਂ ਤਾਂ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ ਵੀ ਜੇ ਕਿਤੇ ਅਜਿਹਾ ਸਮਾਂ ਬਣੇ ਤੇ ਪ੍ਰੇਰਣਾ ਲੈ ਕੇ ਅਸੀਂ ਜੀਵਨ ਸੇਧ ਲੈ ਸਕੀਏ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਏ ਆਪਣੇ ਧਰਮ ਤੋਂ ਪਿੱਛੇ ਨਾ ਹਟੀਏ। ਸੋ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਹੁਕਮ ਦੀ ਬਖਸ਼ਿਸ਼ ਕਰਦੇ ਹੋਏ ਆਖ ਰਹੇ ਹਨ ਕਿ ਗੁਰੂ ਦੀ ਸੰਗਤ ਦੇ ਵਿੱਚ ਪਰਮਾਤਮਾ ਨੂੰ ਸਿਮਰਿਆ ਜਾ ਸਕਦਾ ਹੈ ਤੇ ਗੁਰੂ ਦੀ ਸੰਗਤ ਤੋਂ ਬਿਨਾ ਹੋਰ ਕੋਈ ਅਜਿਹਾ ਆਸਰਾ ਨਹੀਂ ਕਿ ਜਿੱਥੇ ਮੋਹ ਦੀ ਫਾਹੀ ਕੱਟੀ ਜਾ ਸਕੇ। ਇਹ ਜੋ ਮਾਇਆ ਦੀ ਫਾਹੀ ਹੈ, ਬੰਧਨਾਂ ਦੀ ਫਾਹੀ ਹੈ, ਕਹਿੰਦੇ ਇਹ ਬੰਧਨ ਬੰਦੇ ਹਨ ਜਿਹੜੇ, ਕਹਿੰਦੇ ਇਹਨਾਂ ਨੂੰ ਕੱਟਿਆ ਜਾ ਸਕਦਾ ਹੈ ਸਿਰਫ ਤੇ ਸਿਰਫ ਗੁਰੂ ਦੀ ਸੰਗਤ ਦੇ ਵਿੱਚ ਆ ਕੇ। ਤੇ ਫਿਰ ਜਦੋਂ ਮਨੁੱਖ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਹੈ ਤਾਂ ਉਹ ਦਾਤਾ ਆਪ ਹੀ ਦੀਨਾਂ ਦੇ ਦਰਦਾਂ ਨੂੰ ਕੱਟਣ ਵਾਲਾ, ਉਹ ਦਰਦ ਕੱਟ ਕੇ ਸਾਰੇ ਦੁੱਖ ਦੂਰ ਕਰ ਦਿੰਦਾ ਹੈ ਤੇ ਉਹ ਦੇਗ ਦੇ ਵਿੱਚ ਉਬਾਲੇ ਖਾਂਦਾ ਹੋਇਆ ਦਰਦ ਮਹਿਸੂਸ ਨਹੀਂ ਕਰਦਾ। ਉੱਥੇ ਵੀ ਉਹਨੂੰ ਆਨੰਦ ਹੈ, ਭਾਵੇਂ ਰੂਹ ਦੇ ਵਿੱਚ ਸਾੜ ਦਿੱਤਾ ਜਾਵੇ ਤੇ ਭਾਵੇਂ ਆਰੇ ਦੇ ਨਾਲ ਚੀਰ ਦਿੱਤਾ ਜਾਵੇ। ਪਰ ਕਿਉਂਕਿ ਮੁੱਖ ਗੁਰੂ ਦੇ ਵੱਲ ਹੈ, ਕਿਉਂਕਿ ਮੁੱਖ ਗੁਰੂ ਦੇ ਸਨਮੁਖ ਹੈ, ਤਾਂ ਫਿਰ ਉਹ ਸਾਰੀਆਂ ਤਕਲੀਫਾਂ ਗੁਰੂ ਆਪ ਲੈਂਦਾ ਹੈ ਤੇ ਆਪਣੇ ਸਿੱਖਾਂ ਨੂੰ ਉਹ ਆਨੰਦ ਬਖਸ਼ ਦਿੰਦਾ ਹੈ ਜਿਸ ਦੀ ਲੋਚਾ ਸਾਰਿਆਂ ਦੀ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅਰੰਤਾ ਦੇ ਵਿੱਚ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਹਨ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ। ਉਹ ਦਾਤਾ ਦੀਨਾਂ ਦੇ ਦਰਦਾਂ ਨੂੰ ਨਿਵਾਰਨ ਵਾਲਾ ਹੈ ਤੇ ਆਪਣੇ ਸੇਵਕਾਂ ਦੀ ਲੱਜਾ ਆਪ ਰੱਖਦਾ ਹੈ, ਕਿਉਂਕਿ ਉਹ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਨਾਨਕ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ। ਜੋ ਮਨੁੱਖ ਪਰਮਾਤਮਾ ਦੇ ਨਾਮ ਰੂਪੀ ਜਹਾਜ਼ ਦਾ ਸਹਾਰਾ ਲੈਂਦਾ ਹੈ ਤਾਂ ਕਹਿੰਦੇ ਉਸ ਨੂੰ ਕੋਈ ਦੁੱਖ ਵਿਆਪ ਨਹੀਂ ਸਕਦਾ। ਸਾਧੂ ਸੰਗ ਭਜੋ ਗੋਪਾਲ। ਤੇ ਇਹ ਨਾਮ ਗੁਰੂ ਦੀ ਸੰਗਤ ਕੀਤਿਆਂ, ਗੁਰੂ ਦੇ ਪਿਆਰਿਆਂ ਦੀ ਸੰਗਤ ਕੀਤਿਆਂ ਕਹਿੰਦੇ ਜਪਣਾ ਚਾਹੀਦਾ ਹੈ।
आण संजम कछ न सुझै। आण संजम किछ न सुझै, कहते साधु की संगत तो बिना, गुरु के प्यारियां दी गुरु की संगत तो बिना होर कोई संजम, कोई तरीका, कोई यतन नहीं कि इस तो बिना होर चीज़ां तो बचिया जा सके। यह जतन काट कल काल, कहते कल दी जो फाही है कहते उसनू कट लै। यह जो कलयुग है कलेशा भरिया समा, हर वेले मनुख के अंदर समाया रहता है। काम क्रोध लोभ मोह हंकार के रूप दे विच पता ही नहीं लगता मनुख नू कि किहड़े वेले यह आके हावी हो जाते हैं। आद अंत दयाल पूर्ण, जो परमात्मा है वह आद तो लैके अंत तक, आद मुढ़ ते अंत अखीर, कहते वह आप ही अपना आद ते अंत जानता है। ते कहते वह पूर्ण है, आद दे विच भी पूर्ण सी, उदों भी कोई कमी नहीं सी, ते अंत दे विच भी उन्हें संपूर्ण ही रहना है। असी जीव हाँ, असी घटते वधदे रहंदे हाँ। असी पहला छोटे सी, फिर हौली हौली वड्डे होए ते एक ना एक दिन खत्म हो जाना है, ये भी नहीं पता किहड़े वेले। पर जो परमात्मा है वह संपूर्ण है, वह कदे भी घट वध नहीं हुंदा। आद अंत दयाल पूर्ण, तिस बिना नहीं कोई, उस तो बिना कोई अजिहा नहीं कि दयालु होवे ते आद तो लैके अंत तक पूर्ण होवे, कहते उस तो बिना कोई नहीं। जन्म मरण निवार हर जप, सिमर स्वामी सोई। तू उस मालक प्रभु नू सिमर ते अपना जन्म मरण का दुख कट लै। दुनियावी मनुख जदों मरदे हन ते उन्हां नू बड़ी पीड़ा हुंदी है, विलकदे हन। कई बारी पता लग जाता है कि समा आ गया, कि बीमारी आदि लग गई, तो पुकार करते हैं, बच्चों नू आखते हैं कि मैनू बचा लो, मैं संसार तो नहीं जाना। अखी देख रहे हैं अजकल तो आम ही ये गल्लां हो गई कि मनुख जान तो डरदा है, मरण तो डरदा है। जम्मण तक खैर सानू समझ ही नहीं, पर जो गुरु साहब जी ने दसिया है उस अनुसार कहते जम्मण का दुख भी वड्डा है ते मरण का दुख भी वड्डा है। ते यह जम्मण मरण निवार लैंदे हन, देग दे विच भी उबाले खांदे हन, पर उत्थे भी ये नहीं कहते कि असी मौत तो बच सकते सी, असी उन्हां लालचां दे विच फस सकते सी, पर उन्होंने गुरु की सिक्खी नूं प्यारी समझिया, क्योंकि मौत ने तो घरे बैठे भी आ जाना है। किनू नहीं आती, सारिਆਂ ਨੂੰ आ जाती है। तो फिर जे गुरु के सन्मुख होकर शहीदियां पाइए तो कहते अजिही मौत कहते मंगिया भी नहीं मिलती, तो जे गुरु की खुशी के नाल मिल जाए तो कहते गुरु साहब जो तलवार लैके खड़े होंदे हन कि सीस चाहिदा है तो वो प्यारे बनते हैं। ते गुरु का प्यार किवें लैना है, गुरु की खुशी किवें लैनी है। जे अज दे दिन चांदनी चौक दे विच तिन्ना सिखां नूं शहीद करन तो बाद गुरु साहब जी की वारी आई, अज दे दिन गुरु साहब जी की जदों वारी आई ते चांदनी चौक दे विच गुरु महाराज जी नूं लिजाया गया ते सारे दिल्ली शहर दे विच ढंढोरे पिटवा दिते गए सन कि गुरु साहब जी के शरीर के टुकड़े करके चुराया ते टंगे जाणगे ते संस्कार नहीं कोई कर सकता। औखे समियां दे विच जिथे जिथे भी समा बनिया गुरु के सिखां ने संस्कार किते, अपने सिखां दे भी संस्कार किते ते गुरु साहबान दे भी किते, जिवें भी गुरु साहब जी ने सेवा लई अपने वल्लों पिछे नहीं हटे। जे चमकौर की गढ़ी के सिंघां की गल करिए उत्थे भी सिंघां दे संस्कार होए हन ते होर भी किहड़ियां किहड़ियां गल्लां करिए। ते अज जो गुरु तेग बहादुर साहब जी के लिए यह फरमान सी कि इन्हां दा संस्कार कोई नहीं कर सकता। ते चांदनी चौक दे विच जदों कहंदे उस जालम ने कहंदे जदों तलवार चलाई ते सीस वखरा होया
ਤੇ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਅਜਿਹਾ ਭਾਣਾ ਵਾਪਰਿਆ ਕਿ ਹਨੇਰੀ ਤੇਜ਼ ਝੱਖੜ ਚੱਲ ਪਿਆ। ਜਦੋਂ ਤੇਜ਼ ਝੱਖੜ ਚੱਲਿਆ ਤੇ ਗੁਰੂ ਸਾਹਿਬ ਜੀ ਦੇ ਨਾਲ ਹੋਰ ਵੀ ਗੁਰੂ ਦੇ ਸਿੱਖ ਸਨ, ਭਾਈ ਜੈਤਾ ਜੀ ਵਰਗੇ। ਤੇ ਭਾਈ ਜੈਤਾ ਜੀ ਦੀ ਨਜ਼ਰ ਗੁਰੂ ਸਾਹਿਬ ਜੀ ਦੇ ਸੀਸ ਦੇ ਉੱਪਰ ਪਈ। ਤਿਆਰੀ ਵਿੱਚ ਸਨ, ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਤੁਸੀਂ ਸੀਸ ਦੀ ਸੰਭਾਲ ਕਰਨੀ ਹੈ। ਤੇ ਫਿਰ ਨਿਸ਼ਾਨਾ ਸੀ ਕਿ ਮੈਂ ਸੀਸ ਦੀ ਸੰਭਾਲ ਕਰਨੀ ਹੈ ਤੇ ਸੀਸ ਦੇ ਵੱਲ ਹੀ ਨਜ਼ਰ ਸੀ ਉਹਨਾਂ ਦੀ। ਤੇ ਜਦੋਂ ਝੱਖੜ ਚੱਲਿਆ ਤੇ ਹਨੇਰੀ ਦੇ ਵਿੱਚ ਸਾਰੇ ਜਿਹੜੇ ਆਪਣੀਆਂ ਅੱਖਾਂ ਮਲ ਰਹੇ ਸਨ ਤੇ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਕਿ ਕੀ ਹੋਇਆ, ਕਿਉਂਕਿ ਇਹ ਪਰਮਾਤਮਾ ਆਪਣੀ ਕਲਾ ਆਪ ਵਰਤਾਉਂਦਾ ਹੈ। ਨਹੀਂ ਤਾਂ ਉਹਨਾਂ ਦੁਸ਼ਮਣਾਂ ਦੇ ਵਿੱਚ ਇੰਨੀ ਫੌਜ ਦੇ ਵਿੱਚ ਸੀਸ ਚੁੱਕਣਾ ਕੋਈ ਆਸਾਨ ਨਹੀਂ ਸੀ। ਤੇ ਭਾਈ ਜੈਤਾ ਜੀ ਨੂੰ ਉਹ ਸੇਵਾ ਮਿਲੀ ਤੇ ਭਾਈ ਜੈਤਾ ਜੀ ਨੇ ਚਾਦਰਾਂ ਦੇ ਵਿੱਚ ਉਹ ਸੀਸ ਲਪੇਟਿਆ ਤੇ ਸਿੱਧਾ ਜੰਗਲ ਦੇ ਰਸਤੇ ਤੱਕ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ। ਅਨੰਦਪੁਰ ਸਾਹਿਬ ਕਿਵੇਂ ਪਹੁੰਚੇ ਹੋਣਗੇ, ਕਿੰਨਾ ਹਾਲਾਤਾਂ ਦੇ ਵਿੱਚ ਪਹੁੰਚੇ ਹੋਣਗੇ, ਕਿੰਨੇ ਦਿਨ ਦਾ ਸਫ਼ਰ ਕੀਤਾ ਹੋਵੇਗਾ ਤੇ ਮੁਗਲਾਂ ਤੋਂ ਬਚਦੇ ਵੀ ਗਏ ਹੋਣਗੇ। ਧੰਨ ਹਨ ਗੁਰੂ ਦੇ ਸਿੱਖ ਜਿਨ੍ਹਾਂ ਨੇ ਇਹ ਸੇਵਾਵਾਂ ਨਿਭਾਈਆਂ ਤੇ ਧੰਨ ਹਨ ਗੁਰੂ ਜਿਨ੍ਹਾਂ ਨੇ ਉਹਨਾਂ ਨੂੰ ਇਹ ਸੇਵਾ ਬਖਸ਼ੀ ਤੇ ਸ਼ਹੀਦੀ ਤੋਂ ਬਾਅਦ ਵੀ ਆਪਣੇ ਗੁਰਸਿੱਖਾਂ ਨੂੰ ਦਰਸ਼ਨ ਦਿੰਦੇ ਹਨ, ਘਰਾਂ ਦੇ ਵਿੱਚ ਜਾਂਦੇ ਹਨ। ਜੇ ਸ਼ਹੀਦ ਨਹੀਂ ਸਨ ਹੋਏ ਤੇ ਚਾਚੇ ਫੱਗੂ ਵਰਗਿਆਂ ਨੇ ਯਾਦ ਕੀਤਾ, ਗੇਟ ਦਾ ਦਰਵਾਜ਼ਾ ਵੱਡਾ ਰੱਖਿਆ ਸੀ ਕਿ ਮੇਰੇ ਗੁਰੂ ਪਾਤਸ਼ਾਹ ਮੇਰੇ ਘਰ ਆਉਣਗੇ ਤੇ ਗੁਰੂ ਸਾਹਿਬ ਜੀ ਮੇਰੇ ਘਰੇ ਆਉਣ ਤੇ ਉਹਨਾਂ ਨੂੰ ਘੋੜੇ ਤੋਂ ਥੱਲੇ ਨਾ ਉਤਰਨਾ ਪਵੇ। ਤੇ ਆਪਣੇ ਗੇਟ ਦਾ ਦਰਵਾਜ਼ਾ ਐਡਾ ਕੁ ਵੱਡਾ ਰੱਖ ਲਿਆ ਕਿ ਸਾਰੇ ਨਗਰ ਦੇ ਲੋਕ ਹੱਸਦੇ ਸਨ ਕਿ ਇਹਨੇ ਐਡਾ ਵੱਡਾ ਦਰਵਾਜ਼ਾ ਕਿਉਂ ਰੱਖਿਆ ਹੈ, ਭਲਾ ਗੁਰੂ ਜੀ ਨੂੰ ਇਹਦਾ ਘਰ ਹੀ ਲੱਭਿਆ ਹੈ, ਇਹਦੇ ਘਰ ਕਿਵੇਂ ਆਉਣਗੇ, ਨਹੀਂ ਆ ਸਕਦੇ। ਅਸਾਮ ਦੇ ਵਿੱਚ ਸਸਰਾਮ ਨਗਰ ਨਾਮ ਦਾ ਨਗਰ, ਉੱਥੇ ਉਡੀਕ ਕਰ ਰਿਹਾ ਸੀ ਕਿ ਮੇਰੇ ਗੁਰੂ ਸਾਹਿਬ ਆਉਣਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਪਹੁੰਚ ਗਏ, ਘੋੜੇ ਸਮੇਤ ਉਹਦੇ ਦਰਵਾਜ਼ੇ ਦੇ ਅੰਦਰ ਵੜਦੇ ਹਨ, ਉਹਨੂੰ ਦਰਸ਼ਨ ਦਿੰਦੇ ਹਨ। ਜਿੱਥੇ ਚਾਚੇ ਫੱਗੂ ਨੂੰ ਦਰਸ਼ਨ ਦਿੱਤੇ ਤੇ ਹੁਣ ਸ਼ਹੀਦੀ ਤੋਂ ਬਾਅਦ ਵੀ ਇੱਕ ਜੋ ਧੋਬੀ ਹੈ ਮੁਸਲਮਾਨ, ਪਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਕਿ ਗੁਰੂ ਸਾਹਿਬ ਜੀ ਕਦੋਂ ਸਾਡੇ ਘਰ ਆਉਣ। ਗਰੀਬ ਹੈ ਪਰ ਮਨ ਦੇ ਵਿੱਚ ਇੱਛਾ ਹੈ ਕਿ ਗੁਰੂ ਸਾਹਿਬ ਜੀ ਸਾਡੇ ਘਰ ਜ਼ਰੂਰ ਆਉਣ। ਤੇ ਭਾਈ ਜੈਤਾ ਜੀ ਝਾੜੀਆਂ ਦੇ ਵਿੱਚ ਲੁਕੇ ਹੋਏ ਤੇ ਹੁਣ ਉਹ ਧੋਬੀ ਜਦੋਂ ਦੇਖਦਾ ਹੈ ਕਿ ਝਾੜੀਆਂ ਦੇ ਵਿੱਚ ਕੁਝ ਹਿੱਲ ਰਿਹਾ ਹੈ ਤੇ ਦੇਖਾਂ ਕੀ ਹੈ, ਤੇ ਦੇਖਦਾ ਹੈ ਤੇ ਅੰਦਰ ਜਾ ਕੇ ਭਾਈ ਜੈਤਾ ਜੀ ਨੂੰ ਹੁਣ ਬਾਹਰ ਆਉਣਾ ਪੈਂਦਾ ਹੈ। ਤੇ ਭਾਈ ਜੈਤਾ ਜੀ ਬਾਹਰ ਆ ਕੇ ਆਖਦੇ ਹਨ ਕਿ ਕਿਰਪਾ ਕਰਕੇ ਰੋਲਾ ਨਾ ਪਾਉਣਾ। ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਕੌਣ ਹੋ ਤੇ ਕਹਿੰਦੇ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਰਸਤੇ ਦੇ ਵਿੱਚ ਮੁਗਲਾਂ ਤੋਂ ਬਚਦਾ ਆਇਆ ਹਾਂ। ਤਾਂ ਉਹ ਧੋਬੀ ਭਾਈ ਜੈਤਾ ਜੀ ਨੂੰ ਆਪਣੇ ਨਾਲ ਲੈ ਕੇ ਗਿਆ ਸਤਿਕਾਰ ਦੇ ਨਾਲ। ਪਰ ਜਦੋਂ ਘਰ ਪਹੁੰਚਿਆ ਤਾਂ ਪੁੱਛਿਆ ਕਿ ਇਹ ਤੁਹਾਡੇ ਕੋਲ ਕੀ ਹੈ, ਤੁਸੀਂ ਆਪਣੇ ਸੀਨੇ ਦੇ ਨਾਲ ਕਿਉਂ ਲਗਾ ਕੇ ਰੱਖਿਆ ਹੈ, ਇਸ ਨੂੰ ਰੱਖ ਦਿਓ ਸਾਈਡ ਤੇ। ਤਾਂ ਭਾਈ ਜੈਤਾ ਜੀ ਨੇ ਆਖਿਆ ਕਿ ਮੈਂ ਇਹਵੇਂ ਹੀ ਨਹੀਂ ਰੱਖ ਸਕਦਾ, ਇਹ ਮੇਰੇ ਗੁਰੂ ਦਾ ਸੀਸ ਹੈ, ਕਿਰਪਾ ਕਰਕੇ ਤੂੰ ਪੁਲਿਸ ਨੂੰ ਮੁਗਲਾਂ ਨੂੰ ਨਾ ਦੱਸੀ, ਸ਼ਿਕਾਇਤ ਨਾ ਕਰਨੀ। ਤਾਂ ਹੁਣ ਉਹ ਧੋਬੀ ਜੋ ਗੁਰੂ ਸਾਹਿਬ ਜੀ ਦੀ ਉਡੀਕ ਕਰ ਰਿਹਾ ਸੀ ਤੇ ਅੱਜ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਦਾ ਹੈ, ਚਾਦਰ ਉਤਾਰਦਾ ਹੈ ਤੇ ਸਤਿਕਾਰ ਦੇ ਨਾਲ ਇੱਕ ਸਾਫ਼ ਬੈੱਡ ਦੇ ਉੱਪਰ ਕਹਿੰਦੇ ਸਾਫ਼ ਕੱਪੜੇ ਸੁਥਰੇ ਵਿਛਾ ਕੇ ਉੱਥੇ ਅਸਥਾਨ ਕਰਾਉਂਦਾ ਹੈ ਤੇ ਰੋਂਦਾ ਹੈ ਕਿ ਗੁਰੂ ਸਾਹਿਬ ਜੀ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸਾਂ, ਪਰ ਇਸ ਤਰੀਕੇ ਦੇ ਨਾਲ ਨਹੀਂ। ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਆਪਣੇ ਗੁਰਸਿੱਖਾਂ ਦੇ ਘਰੇ ਆਪਣਾ ਚਰਨ ਆਪਣੀ ਧੂੜ ਜ਼ਰੂਰ ਪਾਉਂਦੇ ਹੋ, ਦਰਸ਼ਨ ਜ਼ਰੂਰ ਦਿੰਦੇ ਹੋ, ਭਾਵੇਂ ਕਿਸੇ ਵੀ ਰੂਪ ਦੇ ਵਿੱਚ ਆਓ। ਤੇ ਉਸ ਨੂੰ ਉਹ ਸੇਵਾ ਬਖਸ਼ਦੇ ਹਨ ਜਿੱਥੇ ਜਿੱਥੇ ਵੀ
ਉਹਨਾਂ ਅਸਥਾਨਾਂ ਦੇ ਉੱਤੇ ਗੁਰ ਅਸਥਾਨ ਬਣੇ ਜਿੱਥੇ ਜਿੱਥੇ ਭਾਈ ਜੈਤਾ ਜੀ ਠਹਿਰੇ। ਤੇ ਜਦੋਂ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਗਲੇ ਦੇ ਨਾਲ ਲਗਾ ਕੇ ਆਖਿਆ ਸੀ ਕਿ ਭਾਈ ਜੈਤਾ ਜੀ, ਤੁਸੀਂ ਗੁਰੂ ਦੇ ਪੁੱਤਰਾਂ ਵਾਲਾ ਕੰਮ ਕੀਤਾ ਹੈ, ਕਿਉਂਕਿ ਆਪਣੇ ਪਿਤਾ ਦੇ ਸਰੀਰ ਦੀ ਸੰਭਾਲ ਇੱਕ ਪੁੱਤਰ ਹੀ ਕਰਦਾ ਹੈ ਤੇ ਤੁਸੀਂ ਇਹ ਪੁੱਤਰਾਂ ਵਾਲਾ ਕੰਮ ਕੀਤਾ ਹੈ। ਇਸ ਕਰਕੇ ਤੁਸੀਂ ਰੰਗ ਰੇਟੇ ਨਹੀਂ, ਤੁਸੀਂ ਗੁਰੂ ਕੇ ਬੇਟੇ ਹੋ, ਰੰਗ ਰੇਟੇ ਗੁਰੂ ਕੇ ਬੇਟੇ। ਅਸੀਂ ਵੀ ਉਹਨਾਂ ਦਾ ਸਤਿਕਾਰ ਕਰਿਆ ਕਰੀਏ, ਆਪਣੇ ਪਾਵਨ ਗੁਰਸਿੱਖਾਂ ਦਾ, ਜਿਨ੍ਹਾਂ ਨੇ ਉਹ ਔਖੇ ਵੇਲਿਆਂ ਦੇ ਵਿੱਚ ਸੇਵਾਵਾਂ ਨਿਭਾਈਆਂ। ਸੋ ਗੁਰੂ ਸਾਹਿਬ ਜੀ ਦੇ ਜੋ ਪਾਵਨ ਧੜ ਦੀ ਸੇਵਾ ਬਾਅਦ ਦੇ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਜੀ, ਜੋ ਗੱਡੇ ਆਦਿਕ ਲੈ ਕੇ ਜਾ ਰਹੇ ਸਨ, ਜਿਨ੍ਹਾਂ ਨੇ ਰੂਹ ਆਦਿਕ ਦਾ ਵਪਾਰ ਕਰਦੇ ਸਨ, ਤੇ ਉਸ ਝੱਖੜ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਧੜ ਦੀ ਸੰਭਾਲ ਕੀਤੀ। ਆਪਣੇ ਗੱਡਿਆਂ ਦੇ ਵਿੱਚ ਉਸ ਰੂਹ ਦੇ ਵਿੱਚ ਧੜ ਨੂੰ ਲਪੇਟਿਆ ਤੇ ਅੱਗੇ ਪਿੱਛੇ ਹੋਰ ਗੱਡੇ ਸਨ ਤੇ ਵੱਡੀ ਡਾਰ ਸੀ ਗੱਡਿਆਂ ਦੀ, ਤੇ ਕਹਿੰਦੇ ਉਹ ਆਪਣੇ ਗੱਡਿਆਂ ਨੂੰ ਲੈ ਕੇ ਆਪਣੀ ਹਵੇਲੀ ਦੇ ਵਿੱਚ ਚਲੇ ਗਏ। ਤੇ ਹੁਣ ਸੋਚਦੇ ਹਨ ਕਿ ਗੁਰੂ ਸਾਹਿਬ ਜੀ ਦੇ ਪਾਵਨ ਧੜ ਦਾ ਸੰਸਕਾਰ ਕਿਵੇਂ ਕੀਤਾ ਜਾਵੇ, ਕਿਉਂਕਿ ਸਾਰੇ ਪਾਸੇ ਮੁਗਲਾਂ ਦੇ ਪਹਿਰੇ ਹਨ ਤੇ ਅਜਿਹੇ ਹਾਲਾਤਾਂ ਦੇ ਵਿੱਚ ਇਹ ਸੇਵਾ ਕਰਨੀ ਬਹੁਤ ਔਖਾ ਕੰਮ ਹੈ। ਤਾਂ ਹੁਣ ਦਿਮਾਗ ਦੇ ਵਿੱਚ ਆਇਆ ਕਿ ਜੇ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ ਤੇ ਕੁਝ ਸੋਚਣਾ ਨਹੀਂ ਬਣਦਾ, ਕੋਈ ਪਰਵਾਹ ਨਹੀਂ ਬਣਦੀ ਕਿ ਕੀ ਬਣੇਗਾ, ਕੀ ਕਰੀਏ। ਤੇ ਹੁਣ ਜੋ ਉਚਿਤ, ਜੋ ਠੀਕ ਲੱਗਦਾ ਸੀ ਉਹ ਕੀਤਾ ਕਿ ਆਪਣੇ ਘਰ ਦੇ ਵਿੱਚ ਸਾਫ਼ ਆਸਣ ਦੇ ਉੱਪਰ ਗੁਰੂ ਸਾਹਿਬ ਜੀ ਦੀ ਚਿਖਾ ਤਿਆਰ ਕਰਕੇ ਤੇ ਆਪਣੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ, ਆਪਣੀ ਹਵੇਲੀ ਨੂੰ ਅੱਗ ਲਗਾ ਦਿੱਤੀ। ਜਿਹੜਾ ਐਡਾ ਵੱਡਾ ਵਪਾਰੀ ਸੀ, ਜਿਹਦੇ ਅੱਗੇ ਪਿੱਛੇ ਹੋਰ ਵੀ ਗੱਡੇ ਚੱਲਦੇ ਸਨ, ਹੋਰ ਵੀ ਬੰਦੇ ਕੰਮ ਕਰਦੇ ਸਨ, ਤੇ ਉਹਨਾਂ ਨੇ ਆਪਣੀ ਸਾਰੀ ਹਵੇਲੀ ਨੂੰ ਅੱਗ ਲਗਾ ਦਿੱਤੀ ਤੇ ਕਹਿ ਦਿੱਤਾ ਕਿ ਮੇਰੇ ਘਰ ਨੂੰ ਅੱਗ ਲੱਗ ਗਈ। ਤੇ ਜਦੋਂ ਸੰਸਕਾਰ ਹੋ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਅਸਥੀਆਂ ਨੂੰ, ਉਹਨਾਂ ਜੋ ਅੰਗੀਠਾ ਸੀ, ਕਹਿੰਦੇ ਉਸ ਅੰਗੀਠੇ ਦੀ ਸਾਰਾ ਕੁਝ ਇਕੱਠਾ ਕਰਕੇ ਤੇ ਉਹਨਾਂ ਨੇ ਘੜੇ ਦੇ ਵਿੱਚ ਪਾ ਕੇ ਉੱਤੇ ਪਰਚੀ ਲਿਖ ਕੇ ਲਗਾ ਦਿੱਤੀ, ਵਿੱਚ ਪਾ ਦਿੱਤੀ ਕਿ ਇਸ ਦੇ ਵਿੱਚ ਗੁਰੂ ਸਾਹਿਬ ਦੀਆਂ ਪਾਵਨ ਕਹਿੰਦੇ ਜੋ ਅਸਥੀਆਂ ਹਨ। ਤੇ ਜਦੋਂ ਕਿਤੇ ਇਸ ਅਸਥਾਨ ਦੀ ਪਛਾਣ ਹੋਵੇ ਤੇ ਇਸ ਜਗ੍ਹਾ ਦੇ ਉੱਤੇ ਗੁਰੂ ਘਰ ਬਣ ਸਕੇ। ਤੇ ਬਾਅਦ ਦੇ ਵਿੱਚ ਆਖਿਆ ਜਾਂਦਾ ਹੈ ਕਿ ਜਦੋਂ ਜੱਸਾ ਸਿੰਘ ਜੀ ਰਾਮਗੜੀਆ ਤੇ ਜੱਸਾ ਸਿੰਘ ਜੀ ਆਹਲੂਵਾਲੀਆ ਵਰਗਿਆਂ ਨੇ ਕਹਿੰਦੇ ਸੇਵਾਵਾਂ ਕੀਤੀਆਂ, ਗੁਰੂ ਘਰਾਂ ਦੀ ਪਛਾਣ ਕਰਦੇ ਸਨ, ਤੇ ਉਸ ਜਗ੍ਹਾ ਤੋਂ ਉਹ ਘੜਾ ਨਿਕਲਿਆ ਸੀ ਜਿਸ ਦੇ ਉੱਤੇ ਪਰਚੀ ਦੇ ਵਿੱਚ ਲਿਖ ਕੇ ਪਾਇਆ ਹੋਇਆ ਸੀ, ਤੇ ਉਸ ਜਗ੍ਹਾ ਦੇ ਉੱਤੇ ਗੁਰੂ ਘਰ ਸੁਸ਼ੋਭਿਤ ਹੈ। ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਉਹਨਾਂ ਅਸਥਾਨਾਂ ਦੇ ਉੱਤੇ ਉਹ ਨਿਸ਼ਾਨਦੇਹੀਆਂ ਕਰਕੇ ਗੁਰੂ ਦੇ ਸਿੱਖਾਂ ਨੇ ਇਹ ਸੇਵਾਵਾਂ ਨਿਭਾਈਆਂ। ਸੋ ਗੁਰੂ ਸਾਹਿਬ ਜੀ ਨੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਆਖਿਆ ਜਾਂਦਾ ਉਹਨਾਂ ਦਾ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਆਖੇ, ਕੀਨੋ ਬੜੋ ਕਲੂ ਮਹਿ ਸਾਕਾ, ਕਹਿੰਦੇ ਕਲਯੁਗ ਦੇ ਵਿੱਚ ਕਹਿੰਦੇ ਅਜਿਹਾ ਸਾਕਾ ਕੀਤਾ ਕਿ ਅਜਿਹਾ ਸਾਕਾ ਪਹਿਲਾਂ ਕਿਸੇ ਨੇ ਵੀ ਨਹੀਂ ਵਰਤਾਇਆ। ਆਪਣੇ ਧਰਮ ਦੇ ਲਈ ਵੀ ਲੋਕ ਨਹੀਂ ਸਨ ਸ਼ਹੀਦ ਹੋ ਰਹੇ, ਕਹਿੰਦੇ ਬਦਲ ਰਹੇ ਸਨ ਧਰਮ। ਹਰ ਰੋਜ਼ ਜੋ ਔਰੰਗਜ਼ੇਬ ਸੀ, ਕਹਿੰਦੇ 1.25 ਮਣ ਜਨੇਊ ਉਤਾਰ ਕੇ ਸੌਂਦਾ ਸੀ, ਤੇ ਗੁਰੂ ਸਾਹਿਬ ਜੀ ਨੇ ਉਹਨਾਂ ਜਨੇਊਆਂ ਦੀ ਰੱਖਿਆ ਕਰਨ ਦੇ ਲਈ ਜੋ 1.25 ਮਣ ਹਰ ਰੋਜ਼ ਉਤਾਰੇ ਜਾਂਦੇ ਸਨ, ਕਹਿੰਦੇ ਉਹਨਾਂ ਦੀ ਰੱਖਿਆ ਦੇ ਲਈ ਆਪ ਧਾਰਨ ਨਹੀਂ ਕੀਤਾ, ਪਰ ਜਨੇਊ ਦੀ ਰੱਖਿਆ ਦੇ ਲਈ ਕਹਿੰਦੇ ਆਪਣਾ ਬਲੀਦਾਨ ਦਿੱਤਾ ਤੇ ਇਹ ਨਵੀਂ ਮਿਸਾਲ ਕਾਇਮ ਕੀਤੀ ਤੇ ਗੁਰਸਿੱਖਾਂ ਨੂੰ ਜੀਵਨ ਸੇਧ ਦਿੱਤੀ। ਜੋ ਅੱਜ ਦੇ ਹੁਕਮ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਹਨ, ਜਦੋਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਤੇ ਸਮਝ ਆਉਂਦੀ ਹੈ, ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਉਸ ਪਰਮਾਤਮਾ ਨੂੰ ਸਿਮਰਨ ਦੀ ਸਾਨੂੰ ਵੀ ਜਾਚ ਦੱਸੀ,
वेद सिमृत कथै शास्त्र भगत करै विचार। भगत वेद सिमृत शास्त्र कहते सारे यह विचार करते हैं, मुक्त पाइए साध संगत बिनस जाए अंधार। गुरु की संगत करनी चाहिए है, गुरु के प्यारिਆਂ की संगत करनी चाहिए है, ते जीवन का अंधेरा कहते हनेरा मिटा लेना चाहिए है, अज्ञानता खत्म होती है गुरु की संगत दे विच आके। चरण कमल आधार जन का रास पूंजी एक। कहते जो जन हैं गुरु के प्यारे हैं, उन्हों का आसरा सिर्फ ते सिर्फ परमात्मा हुंदा है, उन्हों दे लई रास पूंजी वह आप ही हुंदा है। ताण मण दीवान सच्चा नानक की प्रभ टेक। पंजवें नानक गुरु अर्जन देव जी महाराज आख रहे हैं कि सानू तां उसे दा ही ताण मण ते ओह ही साडे लई दीवान कचहरी है। कहते नानक की प्रभ टेक ते साडा आसरा ओह परमात्मा आप ही है। गुरु साहब जी कृपा करन साडा सारिਆਂ ਦਾ आसरा ਉਹ परमात्मा आप बन जावे। ਅਸੀਂ ਉਸ ਦਾ ਨਾਮ ਜਪ ਕੇ ਉਸ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ, ਤਾਂ ਕਿ ਸਾਡਾ ਆਇਆ ਸਫਲਾ ਹੋ ਸਕੇ। ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲने वाली अवस्था हो सके। ਸੋ ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਅਤੇ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਯੋਗ ਹੈ। ਅਖੀਰ ਦੇ ਵਿੱਚ ਪਾਓ ਜੀ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।